ਅੱਜ ਅਸੀਂ ਆਪਣੇ ਆਜ਼ਾਦ ਗਰੁੱਪ ਦਾ ਜਿਹੜਾ ਚੋਣ ਮੈਨੀਫੈਸਟੋ ਆ ਉਹ ਤੁਹਾਡੇ ਸਾਹਮਣੇ ਰੱਖਿਆ ਹੈ। ਜਿਹੜੀ ਇਲੈਕਸ਼ਨ 14 ਫਰਵਰੀ ਨੂੰ ਹੋਣ ਜਾ ਰਹੀ ਹੈ, ਦਿਨ ਐਤਵਾਰ ਹੈ, ਮਿਊਨਿਸਪਲ ਕਾਰਪੋਰੇਸ਼ਨ ਐਸਐਸ ਨਗਰ ਮੋਹਾਲੀ ਦੀ। ਉਹਦੇ ਲਈ ਅਸੀਂ ਆਪਣਾ ਮਿਨੀਮਮ ਪ੍ਰੋਗਰਾਮ ਸਾਡਾ ਕੀ ਹੈ, ਅਸੀਂ ਕੀ ਲੋਕਾਂ ਦੇ ਵਾਸਤੇ ਕਰਨਾ ਹੈ, ਉਹ ਅਸੀਂ ਲੈ ਕੇ ਆਏ ਹਾਂ। ਔਰ मैं इत्थे तुहानूं ये गल दसना चाहुंदा, जिक्रयोग गल है भी ये वो काम ने रिपोर्ट करना जिहड़े इहदे विच उही काम नहीं जिहड़े असीं करने ने अगले आउण वाले 5 साल दे विच। इहदे विच साडा रिपोर्ट कार्ड भी है जिहड़ा असीं पिछले 5 साल कीता है। उहदे विच असीं पॉइंट वाइज एक एक जिहड़ी चीज़ है इहदे विच पाई है। कोई किसी किस्म का असीं वाध घाट नहीं रखी ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ ਜਿਹੜੇ ਅਸੀਂ ਨੁਮਾਇੰਦਿਆਂ ਨੂੰ ਚੁਣਨ ਜਾ ਰਹੇ ਹਾਂ ਉਹਨਾਂ ਨੇ ਪਹਿਲਾਂ ਸਾਡੇ ਲਈ ਕੀ ਕੀਤਾ ਸੀ ਤੇ ਹੁਣ ਸਾਡੇ ਲਈ ਕੀ ਕਰਨਾ ਹੈ। ਮੈਂ ਸਮਝਦਾ ਵੀ ਜਦੋਂ ਉਹਨਾਂ ਨੂੰ ਇਹ ਪਤਾ ਚੱਲੂਗਾ ਵੀ ਪਹਿਲਾਂ ਅਸੀਂ ਜੋ ਕਿਹਾ ਸੀ ਉਹਦੇ ਤੋਂ ਕੁਝ ਜ਼ਿਆਦਾ ਹੀ ਕੀਤਾ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਾਡੇ ਤੇ ਪੂਰਾ ਜਿਹੜਾ ਯਕੀਨ ਆ ਉਹ ਕਰਨਗੇ। ਔਰ ਅਸੀਂ ਵੀ ਇੱਥੇ ਯਕੀਨ ਦਿਵਾਉਂਦੇ ਹਾਂ ਵੀ ਜਿਹੜਾ ਇਹ ਅਸੀਂ ਪਾਸ ਜਿਹੜਾ ਅਸੀਂ ਅੱਜ ਕੀਤਾ ਹੈ ਚੋਣ ਮੈਨੀਫੈਸਟੋ ਜਾਰੀ, ਇਹਦੇ ਵਿੱਚ ਜੋ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਆਏ ਹਾਂ ਉਹ ਮੋਹਾਲੀ ਦੇ ਜਿਹੜੇ ਐਸਐਸ ਨਗਰ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਸੀ ਨੇ ਉਹਨਾਂ ਦੀ ਬਿਹਤਰੀ ਲਈ ਮਜ਼ਬੂਤ ਢਾਂਚਾ, ਜਿਹੜਾ ਇਨਫਰਾਸਟ੍ਰਕਚਰ ਦਾ, ਜਿਹੜਾ ਬੇਸਿਕ ਇਨਫਰਾਸਟ੍ਰਕਚਰ ਦਾ, ਬੇਸ਼ੱਕ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਵੀ ਇਹਨੂੰ ਅਸੀਂ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਪਲੈਨਡ ਸਿਟੀ ਹੈ। ਇਹਨੂੰ ਬਕਾਇਦਾ ਤੌਰ 'ਤੇ ਅਰਬਨ ਸਟੇਟ ਵੱਲੋਂ ਵਿਕਸਿਤ ਕੀਤਾ ਗਿਆ, ਤਾਂ ਇਹਦੇ ਵਿੱਚ ਹਰ ਜਿਹੜੀ ਸਰਵਿਸਿਜ਼ ਹੈ ਉਹ ਪਹਿਲੇ ਆਲਰੇਡੀ ਪਈ ਹੋਈ ਹੈ। ਔਰ ਕਾਰਪੋਰੇਸ਼ਨ ਦਾ ਜਿਹੜਾ ਕੰਮ ਹੈ ਉਹ ਸਿਰਫ ਔਰ ਸਿਰਫ ਇਹਨੂੰ ਮੇਨਟੇਨ ਕਰਨਾ ਹੈ। ਔਰ ਮੇਨਟੇਨੈਂਸ ਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਊਟਡੇਟਡ ਹੋ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਨਵਿਆਉਣ ਦੇ ਲਈ ਵੀ ਕੰਮ ਕਰਨਾ ਹੁੰਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੇ, ਜਾਂ ਕਹਿ ਕੇ ਕਰਵਾਉਣਾ ਹੁੰਦਾ ਹੈ। ਸੋ ਅਸੀਂ ਇਹ ਗੱਲ ਦਾ ਵਾਅਦਾ ਕੀਤਾ ਹੈ ਵੀ ਜਿਹੜਾ ਢਾਂਚਾ ਹੈ, ਬੁਨਿਆਦੀ ਢਾਂਚਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਅਸੀਂ ਮਜ਼ਬੂਤ ਕਰਾਂਗੇ। ਪਿਛਲੀ ਵਾਰੀ ਅਸੀਂ ਬੁਨਿਆਦੀ ਢਾਂਚੇ ਦਾ ਹੀ ਪਾਰਟ ਸੀ ਜਿਹੜੀ ਵੱਡੀ ਸੀਵਰੇਜ ਲਾਈਨ ਪਾਈ ਹੈ, ਜਿਹੜੀ ਫਰੈਂਕੋ ਹੋਟਲ ਤੋਂ ਲੈ ਕੇ 83 ਸੈਕਟਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਤੱਕ ਪੈ ਰਹੀ ਹੈ, ਅਤੇ ਉਹ ਵੀ ਇੱਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਹੀ ਪਾਰਟ ਸੀ। ਔਰ ਜਿਹੜਾ ਵਾਟਰ ਸਪਲਾਈ ਦੀ ਅਪਗ੍ਰੇਡੇਸ਼ਨ ਅਸੀਂ ਕਰਵਾਈ ਹੈ ਉਹ ਵੀ ਬੁਨਿਆਦੀ ਢਾਂਚੇ ਦਾ ਪਾਰਟ ਸੀ। ਅਤੇ ਹੁਣ ਵੀ ਅਸੀਂ ਇਹਦੇ ਵਿੱਚ ਸਭ ਤੋਂ ਮੁੱਖ ਜਿਹੜਾ ਆਪਣਾ ਮੇਨ ਏਜੰਡਾ ਰੱਖਿਆ ਉਹ ਬੁਨਿਆਦੀ ਢਾਂਚਾ ਰੱਖਿਆ। ਦੂਸਰੇ ਨੰਬਰ 'ਤੇ ਅਸੀਂ ਇਹ ਰੱਖਿਆ ਵੀ ਮੋਹਾਲੀ ਦੇ ਵਿੱਚ ਟ੍ਰੈਫਿਕ ਦੀ ਜਿਹੜੀ ਸਮੱਸਿਆ ਜਿਹੜੀ ਵੱਧ ਰਹੀ ਹੈ ਲਗਾਤਾਰ, ਔਰ ਟ੍ਰੈਫਿਕ ਸਾਰੇ ਪਾਸੇ ਇੰਨੀਆਂ ਰੋਡ 'ਤੇ ਹੋ ਚੁੱਕੀ ਹੈ, ਅਤੇ ਉਹਨੂੰ ਅਸੀਂ ਕੁਛ ਨਾ ਕੁਛ ਕੰਟਰੋਲ ਕਰਨ ਵਾਸਤੇ ਜਿਹੜੀ 200 ਫੁੱਟ ਰੋਡ ਹੈ ਬਣੀ ਹੋਈ ਏਅਰਪੋਰਟ ਰੋਡ ਤੱਕ ਅਪ ਟੂ ਪਟਿਆਲਾ ਰੋਡ, ਉਹਨੂੰ ਅਸੀਂ ਟ੍ਰੈਫਿਕ ਫਰੀ ਲਾਈਟ ਕਰਾਉਣ ਦਾ ਅਸੀਂ ਕੰਮ ਆ ਜਿਹੜਾ ਉਹ ਸ਼ੁਰੂ ਕਰਾਂਗੇ। ਇਹਦੇ ਲਈ ਸਾਨੂੰ ਮਤਲਬ ਸਟੇਟ ਸਰਕਾਰ ਕੋਲ, ਗਮਾਡਾ ਕੋਲ, ਜਾਂ ਜੋ ਵੀ ਸੈਂਟਰ ਸਰਕਾਰ ਦੀ ਜੇ ਕੋਈ ਇੱਦਾਂ ਦੀ ਸਕੀਮ ਹੋਈ, ਅਸੀਂ ਉਹਦੇ ਤਹਿਤ ਜਾ ਕੇ ਇਹਨੂੰ ਅਸੀਂ ਜਿਹੜੇ ਫਲਾਈਓਵਰ ਨੇ ਜਿਹੜੇ ਇਹ ਮਤਲਬ ਅਸੀਂ ਬਣਾਉਣ ਦੀ ਕੋਸ਼ਿਸ਼ ਕਰਨ ਦੀ ਅਸੀਂ ਗੱਲ ਇਹਦੇ ਵਿੱਚ ਕੀਤੀ ਆ। ਹਾਲਾਂਕਿ ਬੜਾ ਵੱਡਾ ਪ੍ਰੋਜੈਕਟ ਹੈ, ਪਰ ਮੈਂ ਸਮਝਦਾ ਵੀ ਜੇ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਤੇ ਸਾਰੇ ਸਾਡੇ ਜਿਹੜੇ ਐਸਐਸ ਨਗਰ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਸੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੰਮ ਸ਼ੁਰੂ ਕਰਾਂਗੇ, ਤਾਂ ਅਸੀਂ ਇਹਨੂੰ ਜ਼ਰੂਰ ਨੇਪਰੇ ਚਾੜ ਲਾਂਗੇ। ਹੋਰ ਵੀ ਬਹੁਤ ਕੁਛ ਹੈ ਇਹਦੇ ਵਿੱਚ ਦਿੱਤਾ ਹੈ, ਲੇਕਿਨ ਇੱਕ ਜਿਹੜਾ ਮੈਂ ਸਭ ਤੋਂ ਅਸੀਂ ਜ਼ਰੂਰੀ ਦਿੱਤਾ ਉਹ ਹੈਗੀ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਿਛਲੇ 5 ਸਾਲ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਬਣਾਇਆ ਹੈ ਉਹਦੇ ਵਿੱਚ ਅਸੀਂ ਆਲਮੋਸਟ ਸਾਰੇ ਕੰਮ ਨੇ ਜਿਹੜੇ ਕਰ ਦਿੱਤੇ ਨੇ। ਇੰਟਰਲੋਕਿੰਗ ਟਾਇਲ ਵੀ ਲਾ ਦਿੱਤੀ ਗਈ ਹੈ, ਜਿਹਦੇ ਨਾਲ ਪਾਰਕਿੰਗ ਦੀ ਅੰਦਰਲੇ ਸੈਕਟਰਾਂ ਦੇ ਵਿੱਚ ਅੰਦਰਲੀਆਂ ਰੋਡ ਦੇ ਉੱਤੇ ਕਾਫੀ ਸਮੱਸਿਆ ਦਾ ਹੱਲ ਹੋਇਆ ਹੈ। ਅਤੇ ਅਸੀਂ ਕਰੀਬ ਸਾਰੇ ਕੰਮ ਨੇ ਜਿਹੜੇ ਇੰਟਰਨਲ ਕਰ ਦਿੱਤੇ ਗਏ ਨੇ। ਔਰ ਹੁਣ ਅਸੀਂ ਇਹ ਸੋਚਿਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ 5 ਸਾਲ ਆ ਇਹਦੇ ਵਿੱਚ ਅਸੀਂ 30 ਤੋਂ 40% ਜਿਹੜਾ ਬਜਟ ਆ ਇਹ ਅਸੀਂ ਮੋਹਾਲੀ ਨੂੰ ਹਰਿਆ ਭਰਿਆ ਬਣਾਉਣ ਲਈ, ਸਾਫ ਸੁਥਰਾ ਬਣਾਉਣ ਲਈ, ਪੋਲਿਊਸ਼ਨ ਫਰੀ ਰੱਖਣ ਲਈ ਵਰਤਾਂਗੇ। ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੋਚਿਆ ਵੀ ਜਿਹੜੀਆਂ ਮੋਹਾਲੀ ਦੇ ਵਿੱਚ ਵੱਡੀਆਂ ਪਾਰਕਾਂ ਨੇ 8-10,
ਜਿਹੜੀਆਂ ਬਹੁਤ ਪੁਰਾਣੀਆਂ ਡਿਵੈਲਪ ਕੀਤੀਆਂ ਗਈਆਂ ਸੀ ਉਹਨਾਂ ਨੂੰ ਅਸੀਂ ਨਵੇਂ ਸਿਰਿਓਂ ਰੀਪਲੈਂਟ ਕਰਵਾ ਕੇ ਚੰਗੇ ਕੰਸਲਟੈਂਟ ਰੱਖ ਕੇ ਹਾਰਟੀਕਲਚਰ ਦੇ ਤੇ ਅਸੀਂ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਸਾਰਿਆਂ ਨੂੰ ਬਣਾਵਾਂਗੇ ਤਾਂ ਕਿ ਉਹਨਾਂ ਦੇ ਵਿੱਚ ਜਿਹੜੀਆਂ ਅਤੀ ਆਧੁਨਿਕ ਲੇਟੈਸਟ ਜਿਹੜੀਆਂ ਸਹੂਲਤਾਂ ਵੀ ਦਿੱਤੀਆਂ ਜਾ ਸਕਣ ਤੇ ਜਿਹੜਾ ਨਵੇਂ ਤਰੀਕੇ ਦੇ ਜਿਹੜੇ ਦਰਖਤ ਨੇ ਉਹ ਵੀ ਉੱਥੇ ਲਾਏ ਜਾ ਸਕਣ। ਫੁੱਲਾਂ ਵਾਲੇ ਦਰਖਤ, ਫਲਾਂ ਵਾਲੇ ਦਰਖਤ, ਇਹ ਜਿਹੜੇ ਦਰਖਤ ਨੇ ਉੱਥੇ ਲਾਏ ਜਾ ਸਕਣ ਤੇ ਹੋਰ ਵੀ ਜੋ ਸਾਨੂੰ ਸੁਜੈਸਟ ਕਰਨਗੇ ਉਹ ਅਸੀਂ ਉੱਥੇ ਨਵੇਂ ਜਿਹੜੇ ਦਰਖਤ ਜਾਂ ਫੁੱਲ ਬੂਟੇ ਲਾਵਾਂਗੇ ਤਾਂ ਕਿ ਮੋਹਾਲੀ ਨੂੰ ਅਸੀਂ ਇੱਕ ਵਧੀਆ ਖੂਬਸੂਰਤ ਸ਼ਹਿਰ ਔਰ ਪੋਲਿਊਸ਼ਨ ਫ੍ਰੀ ਸ਼ਹਿਰ ਆ ਜਿਹੜਾ ਕਰ ਸਕੀਏ। ਔਰ ਅਸੀਂ ਇਹਦੇ ਵਿੱਚ ਇੱਕ ਹੋਰ ਵੀ ਜਿਹੜੀ ਜ਼ਰੂਰੀ ਚੀਜ਼ ਰੱਖੀ ਆ ਉਹ ਤੁਹਾਡੇ ਵਰਗੇ ਲੋਕਾਂ ਲਈ, ਬੁੱਧੀਜੀਵੀਆਂ ਲਈ ਇੱਕ ਵੱਡੇ ਪੱਧਰ ਦਾ ਜਿਹੜਾ ਵੱਡੇ ਹਾਈ ਲੈਵਲ ਦਾ ਇੱਕ ਆਡੀਟੋਰੀਅਮ ਬਣਾਉਣਾ, ਕਲਾ ਕੇਂਦਰ ਬਣਾਉਣਾ। ਇਹ ਭਾਵੇਂ ਇਹ ਗਮਾਡਾ ਦਾ ਕੰਮ ਆ ਕਿਉਂਕਿ ਸਿਟੀ ਪਲਾਨ ਉਹ ਕਰਦੀ ਆ, ਲੇਕਿਨ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਵੀ ਇਹ ਇੱਕ ਜਿਹੜਾ ਬੁੱਧੀਜੀਵੀਆਂ ਵਾਸਤੇ, ਲੇਖਕਾਂ ਵਾਸਤੇ, ਕਵੀਆਂ ਵਾਸਤੇ ਔਰ ਪੱਤਰਕਾਰਾਂ ਵਾਸਤੇ ਜਿੱਥੇ ਬੈਠ ਕੇ ਵਿਚਾਰ ਵਟਾਂਦਰੇ ਕੀਤੇ ਜਾ ਸਕਣ, ਜਿੱਥੇ ਬੈਠ ਕੇ ਪ੍ਰੋਗਰਾਮ ਕਰਾਏ ਜਾ ਸਕਣ, ਜਿੱਥੇ ਬੈਠ ਕੇ ਸਾਰੇ ਬੰਦੇ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਣ ਤੇ ਉਹ ਅਸੀਂ ਇੱਕ ਆਡੀਟੋਰੀਅਮ ਤੇ ਕਲਾ ਕੇਂਦਰ ਹੈ ਜਿਹੜਾ ਬਣਾਉਣ ਦਾ ਵੀ ਇਹਦੇ ਵਿੱਚ ਅਸੀਂ ਪਾਇਆ ਤੇ ਬਾਕੀ ਵੀ ਅਸੀਂ ਬਹੁਤ ਕੁਝ ਪਾਇਆ ਜਿਹੜਾ ਤੁਹਾਨੂੰ ਅਸੀਂ ਦਿੱਤਾ ਉਹ ਤੁਸੀਂ ਪੜ੍ਹ ਲੈਣਾ। ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਹ ਵੀ ਇਹ ਜਿਹੜਾ ਸਾਡਾ ਮੈਨੀਫੈਸਟੋ ਆ ਇਹ ਪਬਲਿਕ ਤੱਕ ਪਹੁੰਚਾਇਆ ਜਾਵੇ ਤਾਂ ਕਿ ਪਬਲਿਕ ਇਹਨੂੰ ਪੜ੍ਹ ਕੇ, ਦੇਖ ਕੇ, ਸੁਣ ਕੇ ਇਹ ਸਾਡੇ 'ਤੇ ਯਕੀਨ ਵੀ ਕਰ ਸਕੇ ਔਰ ਸਾਨੂੰ ਚੁਣ ਵੀ ਸਕੇ ਔਰ ਅਸੀਂ ਸਾਡੇ ਇਹ ਸਬੂਤ ਦੇ ਤੌਰ 'ਤੇ ਵੀ ਰੱਖ ਸਕੇ ਕਿ ਅਸੀਂ ਜਿਹੜਾ ਇਹ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਕਿ ਨਹੀਂ ਕੀਤਾ ਜਦੋਂ ਅਸੀਂ ਅਗਲੇ 5 ਸਾਲ ਦੇ ਵਿੱਚ ਜਾਈਏ। ਸਰ ਤੁਸੀਂ ਇਹ ਜਿਹੜਾ ਫਲਾਈਓਵਰ ਕਿਹਾ ਹੈ 에어ਪੋਰਟ ਦੇ ਉੱਤੇ ਬਣਾਓਗੇ ਹਰ ਲਾਈਟ ਪੁਆਇੰਟ ਦੇ ਉੱਤੇ, ਉਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ। ਜਨਰਲੀ ਕੀ ਹੁੰਦਾ ਇਹ ਜਿਹੇ ਵਾਅਦੇ ਕੀਤੇ ਜਾਂਦੇ ਨੇ ਫਿਰ ਅਲਟੀਮੇਟਲੀ ਫਿਰ ਫੰਡ ਰੇਜ਼ਿੰਗ ਨਹੀਂ ਆਉਂਦੀ ਕਿਉਂਕਿ ਦੋ ਪਾਰਟੀਆਂ ਦੇ ਆਪਸ 'ਚ ਉਹ ਮਿਲਦੇ ਨਹੀਂ ਹੈਗੇ। ਹੁਣ ਇੱਥੇ ਤੁਹਾਡੀ ਪਾਰਟੀ ਅਲੱਗ, ਸੀਐਮ ਸਾਹਿਬ ਕਾਂਗਰਸ ਦੇ ਨੇ, ਤਾਂ ਕਿੱਦਾਂ ਤੁਸੀਂ ਇਹ ਫੰਡ ਸਾਰੇ ਰੇਜ਼ ਕਰਾਓਗੇ? ਸੈਂਟਰ ਤੇ ਬੀਜੇਪੀ ਹੈਗੀ ਹੈ, ਹੋਣਾ ਤਾਂ ਹੈ ਨਹੀਂ। ਦੇਖੋ ਐਸੀ ਕੋਈ ਗੱਲ ਨਹੀਂ ਹੈ। ਮੈਂ ਸਮਝਦਾ ਵੀ ਕੋਈ ਵੀ ਸਰਕਾਰ ਆ ਜਿਹੜੀ ਉਹ ਆਪਣੇ ਸਟੇਟ ਦੀ ਔਰ ਆਪਣੇ ਸ਼ਹਿਰ ਦਾ ਭਲਾਈ ਚਾਹੁੰਦੀ ਆ। ਆਪਣਾ ਭਾਵੇਂ ਦੇਸ਼ ਆ, ਭਾਵੇਂ ਸਟੇਟ ਆ, ਭਾਵੇਂ ਸ਼ਹਿਰ ਹੈ। ਮੈਂ ਸਮਝਦਾ ਵੀ ਜੇ ਇੱਕ ਸਿੱਕੇਬੰਦ ਸਕੀਮ ਲੈ ਕੇ ਆਪਾਂ ਮੁੱਖ ਮੰਤਰੀ ਕੋਲ ਜਾਂ ਅਸੀਂ ਸੰਬੰਧਿਤ ਮੰਤਰੀ ਕੋਲ ਜਾਈਏ, ਮੈਨੂੰ ਨਹੀਂ ਲੱਗਦਾ ਵੀ ਉਹ ਐਸੀ ਕੋਈ ਗੱਲ ਹੋਵੇ ਜਿਹੜੀ ਨਾ ਕੀਤੀ ਜਾ ਸਕੇ। ਪਿਛਲੇ ਵਾਰੀ ਵੀ ਅਸੀਂ 2 ਸਕੀਮਾਂ ਪਾਸ ਕਰਾ ਕੇ ਲੈ ਕੇ ਆਏ ਸੈਂਟਰ ਤੋਂ, ਜਿਹੜੀਆਂ ਸਟੇਟ ਸਰਕਾਰ ਦੇ ਥਰੂ ਭੇਜੀਆਂ, ਜਿਹੜੀ 26 ਕਰੋੜ ਰੁਪਏ ਲਾਗਤ ਨਾਲ ਸੀਵਰੇਜ ਦੀ ਵੱਡੀ ਲਾਈਨ ਪੈ ਰਹੀ ਆ, ਇਹ ਵੀ ਸੈਂਟਰ ਨੇ ਪਾਸ ਕੀਤੀ ਆ ਤੇ 50% ਸੈਂਟਰ ਨੇ ਦੇਣਾ, 30% ਦੇਣਾ ਸਟੇਟ ਸਰਕਾਰ ਨੇ ਤੇ 20% ਦੇਣਾ ਕਾਰਪੋਰੇਸ਼ਨ ਨੇ। ਇੱਦਾਂ ਹੀ ਜਿਹੜੀ ਆਪਣੇ ਵਾਟਰ ਸਪਲਾਈ ਦੀ ਸਕੀਮ ਆ ਉਹ ਵੀ ਅਸੀਂ ਬਿਨਾਂ ਕਿਸੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇੱਥੇ ਮਤਲਬ ਸਾਡਾ ਕਾਰਪੋਰੇਸ਼ਨਸ ਬਣੀ ਹੋਈ ਸੀ, ਉੱਥੇ ਕਿਆ ਕਹਿੰਦੇ ਕਾਂਗਰਸ ਦੀ ਸਰਕਾਰ ਸੀ ਤੇ ਅੱਗੇ ਸੈਂਟਰ ਸਰਕਾਰ ਬੀਜੇਪੀ ਦੀ ਸੀ। ਉਹ ਦੋਨੋਂ ਪ੍ਰੋਜੈਕਟ ਪਾਸ ਹੋ ਕੇ ਆਏ ਨੇ। ਸੋ ਸਾਰਾ ਕੰਮ ਪਾਰਟੀ ਪੱਧਰ 'ਤੇ ਨਹੀਂ ਹੁੰਦਾ ਹੈਗਾ। ਕੁਝ ਕੰਮ ਐਸੇ ਹੁੰਦੇ ਨੇ ਜਿਹੜੇ ਸ਼ਹਿਰ ਦੇ ਲਈ ਜ਼ਰੂਰੀ ਨੇ, ਜਿਹੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਨੇ। ਜੇ ਉਹ ਫੁੱਲ ਪ੍ਰੂਫ ਸਕੀਮ ਪੇਸ਼ ਕੀਤੀ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਮਤਲਬ ਸਰਕਾਰ ਇਹਨੂੰ ਡਿਨਾਈ ਕਰ ਸਕਦੀ। ਮੇਅਰ ਸਾਹਿਬ ਤੁਸੀਂ ਉਹ ਕਿਹਾ ਸੀਗਾ ਵੀ ਕਈ ਕੰਮ ਨੇ ਇਹੋ ਜਿਹੇ ਸਿੱਧੂ ਸਾਹਿਬ ਨੇ ਹੋਣੇ ਨਹੀਂ ਦਿੱਤੇ, ਬਣਨ ਦਿੱਤੇ, ਉਹ ਵੀ ਵਿੱਚ ਰੁਕ ਤੇ ਟੈਂਡਰ ਨਹੀਂ ਪਾਸ ਹੋਏ। ਮੈਂ ਇਹ ਤਾਂ ਕਿਹਾ, ਨਾਲ ਮੈਂ ਇਹ ਵੀ ਕਿਹਾ ਵੀ ਸਾਡੇ ਸਿਰਫ 2 ਮਹੀਨੇ ਰਹਿੰਦੇ ਸੀ ਉਦੋਂ। ਜੇ ਜ਼ਿਆਦਾ ਟਾਈਮ ਰਹਿੰਦਾ ਹੁੰਦਾ ਤਾਂ ਅਸੀਂ ਰੋਕਣ ਨਹੀਂ ਸੀ ਦਿੰਦੇ। ਇਹ ਮੈਂ ਤੁਹਾਨੂੰ ਦੱਸਦਾ, ਇਹ ਇਸ ਕਰਕੇ ਹੋਏ ਵੀ 2-2.5 ਮਹੀਨੇ ਸਾਡੇ ਰਹਿੰਦੇ ਸੀ ਟਰਮ ਤੇ ਇਹਨਾਂ ਨੇ ਉੱਥੇ ਰੋਕ ਲਏ। ਜਿੰਨੀ ਦੇਰ ਅਸੀਂ ਪਰਸਿਊ ਕਰਨਾ ਸੀ ਉਨੀ ਦੇਰ ਸਾਡੀ ਟਰਮ ਪੂਰੀ ਹੋ ਗਈ ਸੀ ਤੇ ਇਸ ਕਰਕੇ ਇਹਨਾਂ ਨੂੰ ਲੱਗਿਆ ਵੀ ਇਹ ਕੰਮ ਅਸੀਂ ਮਤਲਬ ਨਾਲ ਪੂਰੇ ਅਸੀਂ ਤਾਂ ਦਿਓ ਕਰਵਾ ਸਕੀਏ। 2 ਸਵਾਲ ਨੇ ਜੀ। ਹੈ ਜੀ, 2 ਸਵਾਲ ਨੇ ਜੀ। ਇੱਕੋ ਸਵਾਲ ਦੇ 2 ਪਾਰਟ ਨੇ ਜੀ। ਤੁਹਾਨੂੰ ਮੋਹਾਲੀ ਦੇ ਲੋਕ ਵੋਟਾਂ ਕਿਉਂ ਪਾਉਣ? ਵਿਰੋਧੀ ਧਿਰ ਜਿਹੜੀ ਤੁਹਾਡੀ ਹੈਗੀ ਕਾਂਗਰਸ ਪਾਰਟੀ, ਉਹਦੇ ਜਿਹੜੇ ਆਗੂ ਇਹ ਕਹਿੰਦੇ ਨੇ ਕਿ ਤੁਹਾਨੂੰ ਲੋਕ ਵੋਟਾਂ ਕਿਉਂ ਪਾਉਣ? ਤੁਸੀਂ ਪਹਿਲਾਂ ਆਜ਼ਾਦ ਗਰੁੱਪ ਬਣਾ ਕੇ ਲੜਿਆ, ਫਿਰ ਤੁਸੀਂ ਵਾਪਸ ਅਕਾਲੀ ਦਲ 'ਚ ਚਲੇ ਗਏ, ਹੁਣ ਤੁਸੀਂ ਫਿਰ ਅਕਾਲੀ ਦਲ ਛੱਡ ਕੇ ਆ ਗਏ ਹੋ। ਕੀ ਭਰੋਸਾ ਤੁਹਾਡਾ ਕਿ ਫਿਰ ਤੁਸੀਂ ਦੁਬਾਰਾ? ਇੱਕ ਦੂਜਾ ਪਾਰਟ ਵੀ ਸੁਣ ਲਓ। ਮੈਂ ਕਹਿੰਦਾ ਪਹਿਲਾਂ ਪਾਰਟ ਦਾ ਜਵਾਬ ਦੇ ਲਓ। ਚਲੋ ਪਹਿਲਾਂ ਦੇ ਦਿਓ। ਮੈਂ ਇਹ ਕਹਿੰਦਾ ਬਈ ਗੱਲ ਸਿਰਫ ਡਿਵੈਲਪਮੈਂਟ ਦੀ ਆ। ਵੋਟ ਪੈਣੀ ਹੈ ਡਿਵੈਲਪਮੈਂਟ ਨੂੰ, ਕਿਸੇ ਪਾਰਟੀ ਨੂੰ ਨਹੀਂ ਪੈਣੀ, ਨਾ ਕਿਸੇ ਬੰਦੇ ਨੂੰ ਪੈਣੀ ਆ। ਅਸੀਂ ਭਾਵੇਂ ਕਿਤੇ ਵੀ ਰਹੇ, ਲੇਕਿਨ ਇੱਕ ਗੱਲ ਤਾਂ ਤੁਸੀਂ ਸਾਰੇ ਮੰਨਦੇ ਹੋ ਨਾ ਵੀ ਅਸੀਂ ਡਿਵੈਲਪਮੈਂਟ ਕਰਾਈ ਹੈ ਸਾਡੇ ਗਰੁੱਪ ਨੇ। ਅਸੀਂ ਭਾਵੇਂ ਜਿੱਥੇ ਮਰਜ਼ੀ ਰਹੇ ਹਾਂ, ਸਾਡਾ ਮੁੱਖ ਟੀਚਾ ਜਿਹੜਾ ਉਹ ਮੋਹਾਲੀ ਨੂੰ ਡਿਵੈਲਪ ਕਰਨਾ, ਮੋਹਾਲੀ ਦੀ ਹਰ ਬੁਨਿਆਦੀ ਸਹੂਲਤ ਦੇਣਾ ਹੈ। ਅਸੀਂ ਮਤਲਬ ਉਹ ਜਿੱਦਾਂ ਮਰਜ਼ੀ
ਕਰਵਾਈ ਆ, ਅਸੀਂ ਕਰਵਾਈ ਹੈ। ਤੇ ਇਸ ਕਰਕੇ ਵੋਟ ਸਾਨੂੰ ਲੋਕਾਂ ਨੇ ਇਸ ਕਰਕੇ ਪਾਉਣੀ ਆ ਵੀ ਪਿਛਲੇ 5 ਸਾਲ ਅਸੀਂ ਲੋਕਾਂ ਦੇ ਕੰਮ ਕਰਵਾਏ ਕਹਿੰਦੇ ਨੇ ਕਿ ਜੋ ਪਾਸ ਕੀਤਾ ਕੁਲਵੰਤ ਜੀ ਨੇ, ਜੋ ਮਤੇ ਪਹਿਲੇ ਸ਼ੁਰੂਆਤੀ ਤੌਰ ਤੇ ਹੀ ਲੈ ਆਂਦੇ, ਵੱਡੇ ਜਿਹੜੇ ਲਿਆਂਦੇ ਪ੍ਰੋਜੈਕਟ, ਇਸ ਪ੍ਰੋਜੈਕਟ ਦਾ ਪਾਰਟ ਤਾਂ ਕਾਂਗਰਸ ਵੀ ਸੀਗੀ, ਫਿਰ ਉਹ ਕਹਿੰਦੇ ਨੇ ਇਹ ਤਾਂ ਕੰਮ ਅਸੀਂ ਕਰਵਾਏ। ਇਸ ਪ੍ਰੋਜੈਕਟ ਦਾ ਪਾਰਟ ਆ ਜਿਹੜਾ ਉਹ 50 ਮੈਂਬਰ ਸੀ, ਔਰ ਤੁਸੀਂ ਮੈਨੂੰ ਇੱਕ ਵੀ ਜਗ੍ਹਾ ਕਿਸੇ ਸਟੇਜ ਤੇ ਦੱਸੋ ਮੈਂ ਇਹ ਗੱਲ ਤੇ ਡਿਨਾਈ ਕੀਤਾ ਵੀ ਮੈਂ ਇਕੱਲੇ ਨੇ ਕਰਿਆ। ਮੈਂ ਤਾਂ ਹਰ ਜਗ੍ਹਾ ਇਹ ਗੱਲ ਕਹਿੰਦਾ ਵੀ ਮੇਰੇ ਸਾਥੀ ਜਿਹੜੇ ਬੈਠੇ ਸੀ, ਮੇਰੇ ਸਮੇਤ 50 ਤੇ ਬਾਕੀ 49 ਸਾਥੀ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜੋ ਡਿਵੈਲਪਮੈਂਟ ਕੀਤੀ ਆ ਉਹ ਲੋਕਾਂ ਦੇ ਸਾਹਮਣੇ ਆ। ਮੈਂ ਤਾਂ ਕਦੇ ਕਿਸੇ ਦੀ ਵੀ ਮੈਂ ਕੀਤੀ ਆ। ਇੱਕ ਮਿੰਟ ਘੜਾਈ ਮੈਨੂੰ ਕੰਟੀਨਿਊ ਕਰ। ਇਹਦਾ ਦੂਜਾ ਪਾਰਟ ਸਵਾਲ ਦਾ ਇਹ ਸੀਗਾ ਕਿ ਤੁਹਾਡੇ ਵਾਰਡ ਦੇ ਵਿੱਚ ਇਹ ਗੱਲ ਪ੍ਰਚਾਰਿਤ ਕੀਤੀ ਜਾ ਰਹੀ ਹੈ ਲਗਾਤਾਰ ਕਿ ਤੁਸੀਂ ਤਾਂ ਅਵੇਲੇਬਲ ਹੀ ਹੈ ਨਹੀਂ ਆਪਣੇ ਵਾਰਡ ਦੇ ਲੋਕਾਂ ਲਈ, ਤੇ ਤੁਸੀਂ ਸ਼ਹਿਰ ਵਾਸੀਆਂ ਵਾਸਤੇ ਕੀ ਕਰੋਗੇ? ਇਹਦਾ ਕੀ ਜਵਾਬ? ਦੇਖੋ, ਝੂਠ ਬੋਲਣ ਦਾ ਕੋਈ ਹੱਦ ਨਹੀਂ ਹੁੰਦੀ। ਇਹ ਪ੍ਰਚਾਰ ਹੈ ਜੀ ਤੁਹਾਡੇ ਕੋਲ। ਮੈਂ ਕਹਿੰਦਾ ਵੀ ਮੇਰੇ ਖਿਲਾਫ ਪ੍ਰਚਾਰ ਨਹੀਂ, ਇਹ ਕੂੜ ਪ੍ਰਚਾਰ ਹੈ, ਝੂਠ ਦਾ ਪ੍ਰਚਾਰ ਹੈ। ਇੱਥੇ ਮੈਂ 25 ਸਾਲ ਤੋਂ ਸੇਵਾ ਕਰ ਰਿਹਾ ਮੋਹਾਲੀ ਸ਼ਹਿਰ ਦੀ, ਕਿਤੇ ਅੱਗੇ ਵੀ ਨਹੀਂ ਗਿਆ ਹੈਗਾ, ਸਿਰਫ ਇੱਥੇ ਤੱਕ ਹੀ ਸੀਮਿਤ ਰਿਹਾ। ਹਰ ਜਗ੍ਹਾ ਮੈਂ ਇੱਥੇ, ਮੇਰਾ ਇੱਥੇ ਹੀ ਬਿਜ਼ਨਸ ਆ, ਇੱਥੇ ਹੀ ਮੇਰਾ ਦਫ਼ਤਰ ਆ, ਲੋਕਲ ਮੈਂ ਰਹਿੰਦਾ। ਔਰ ਤੁਸੀਂ ਦੇਖ ਲਓ ਮੇਰਾ ਪਾਸਪੋਰਟ ਚੱਕ ਕੇ ਵੀ ਸ਼ਾਇਦ ਇੱਕ ਅੱਧੀ ਵਾਰੀ ਮੈਂ ਕਿਤੇ ਬਾਹਰ ਗਿਆ ਹੋਵਾਂ। ਮੈਂ ਆਪਣੇ ਸ਼ਹਿਰ ਤੋਂ ਬਾਹਰ ਕਿਤੇ ਜਾਂਦਾ ਹੀ ਨਹੀਂ, ਸਟੇਟ ਵਿੱਚ ਵੀ ਨਹੀਂ ਜਾਂਦਾ। ਮੈਂ ਤਾਂ ਮੋਹਾਲੀ ਤੋਂ, ਮੈਂ ਤਾਂ ਲੁਧਿਆਣੇ, ਮੇਰਾ ਕੰਮ ਮੈਨੂੰ ਲੱਗਦਾ 7 ਮਹੀਨੇ ਤਾਂ ਮੈਨੂੰ ਲੁਧਿਆਣੇ ਗਏ ਨੂੰ ਹੋ ਗਏ। ਤੋ ਇਸ ਕਰਕੇ ਇਹ ਸਾਰਾ ਕੂੜ ਪ੍ਰਚਾਰ ਆ। ਮੈਂ ਹਰ ਵੇਲੇ ਇੱਥੇ ਰਹਿੰਦਾ, ਲੋਕਾਂ ਦੇ ਵਿੱਚ ਰਹਿੰਦਾ, ਲੋਕਾਂ ਦੇ ਕੰਮ ਕਰਦਾ। ਜੇ ਮੈਂ ਇੱਥੇ ਰਹਿੰਦਾ ਸੀ ਤਾਂ ਹੀ ਮੈਂ ਇੰਨੇ ਕੰਮ ਕਰਾਉਣ 'ਚ ਕਾਮਯਾਬ ਹੋ ਸਕਿਆ। ਜਿਹੜੇ 2-250 ਕਰੋੜ ਕਿੰਨੇ ਕਰੋੜ ਦਾ ਕੰਮ ਕੀਤੇ ਆਪਾਂ ਨੇ, ਕਿੰਨਾ ਕਰੋੜ ਦਾ ਵਿਕਾਸ ਹੋਇਆ? ਦੇਖੋ, ਕਰੀਬ 250 ਕਰੋੜ ਰੁਪਏ ਦੇ ਅਸੀਂ ਕੰਮ ਨੇ ਜਿਹੜੇ ਉਹ ਕੀਤੇ ਨੇ ਪੂਰੇ ਮਤਲਬ ਪੂਰੀ ਟਨਿਓਰ ਦੇ ਵਿੱਚ 250 ਕਰੋੜ ਦੇ ਉੱਤੇ ਜਿਹੜੇ ਕੰਮ ਹੋਏ ਨੇ, ਔਰ ਕੁਆਲਿਟੀ ਦੇ ਕੰਮ ਹੋਏ ਨੇ। ਹਲੇ ਕੰਮ ਨਹੀਂ ਹੋਏ, ਕੁਆਲਿਟੀ ਦੇ ਕੰਮ ਹੋਏ ਨੇ। ਨੀਂਹ ਪੱਥਰ ਵੀ ਨਹੀਂ ਰੱਖਿਆ, ਔਰ ਅਸੀਂ ਇੱਕ ਜਗ੍ਹਾ ਤੇ ਨੀਂਹ ਪੱਥਰ ਵੀ ਨਹੀਂ ਰੱਖਿਆ। ਤੁਸੀਂ ਦੇਖ ਲਓ, ਕਰੋੜਾਂ ਦੇ ਕੰਮ ਕਰਾਏ ਨੇ 2000 ਤੋਂ ਲੈ ਕੇ ਹੁਣ ਤੱਕ, ਕਿਤੇ ਇੱਕ ਵੀ ਨੀਂਹ ਪੱਥਰ ਦਿਖਾ ਦਿਓ। ਤੇ ਐਮਐਲਏ ਸਾਹਿਬ ਕੋਲ 4 ਮਹੀਨੇ ਪਾਵਰ ਆਈ ਸੀ ਸਾਡੇ ਜਾਣ ਤੋਂ ਬਾਅਦ, ਨੀਂਹ ਪੱਥਰ ਕਰਤੇ ਸਾਰੇ ਸ਼ਹਿਰ। ਸਰ ਇੱਕ ਸਰ ਹੋਰ ਹੈ ਕਿ ਬਿਨਾਂ ਕਿਸੇ ਪ੍ਰੋਜੈਕਟ ਤੋਂ ਇਹ ਸਵਾਲ ਉੱਠਦਾ ਹੈ ਕਿ ਤੁਹਾਡੇ ਕਾਂਗਰਸ ਨਾਲ ਡਿਫਰੈਂਸਿਸ ਕਿਉਂ ਹੋਏ ਫਿਰ, ਜਦ ਤੁਸੀਂ ਸਾਰੇ ਰਲ ਕੇ ਕੰਮ ਕਰ ਹੀ ਰਹੇ ਸੀ 50 ਕਾਉਂਸਲਰ, ਤੇ ਇੱਕ ਅਰਦਾਸ ਦਾ ਬੜਾ ਰੌਲਾ ਚੱਲਦਾ। ਮੇਰੀ ਬੇਨਤੀ ਇਹ ਹੈ ਬਈ, ਕੋਈ ਸਾਡੇ ਡਿਫਰੈਂਸ ਹੈ ਹੀ ਨਹੀਂ ਸੀ। ਮੈਨੂੰ ਇੱਕ ਗੱਲ ਤਾਂ ਦੱਸੋ ਵੀ ਕੋਈ ਮੈਂਬਰ ਦੱਸੇ ਵੀ ਕਿਸੇ ਕਾਂਗਰਸ ਦੇ ਮੈਂਬਰ ਨੇ ਮੇਰੀ ਵਿਰੋਧਤਾ ਕੀਤੀ ਹੋਵੇ ਮੀਟਿੰਗ 'ਚ? ਨਹੀਂ ਕੀਤੀ। ਤੇ ਫਿਰ ਇਹ ਤਾਂ ਮੇਰੀ ਬੇਨਤੀ ਸੁਣੋ। ਮੈਂ ਇਹ ਕਹਿੰਦਾ ਵੀ ਕਾਂਗਰਸ ਦੇ ਕਿਸੇ ਮੈਂਬਰ ਨੇ ਮੇਰੀ ਵਿਰੋਧਤਾ ਕੀਤੀ ਹੋਵੇ, ਫਿਰ ਤਾਂ ਮੈਂ ਸਮਝ ਸਕਦਾ ਵੀ ਮੈਂ ਵਿਰੋਧ ਕੀਤਾ ਹੁੰਦਾ, ਜੇ ਉਹਨਾਂ ਨੇ ਮੇਰਾ ਵਿਰੋਧ ਕੀਤਾ। ਇਹ ਉੱਪਰਲੇ ਬੰਦੇ ਜਿਹੜੇ ਨਾ ਜੀ, ਮੇਰੀ ਬੇਨਤੀ ਹੈ, ਇੱਕ ਮਿੰਟ, ਮੇਰੀ ਬੇਨਤੀ ਹੈ ਵੀ ਜਿਹੜੇ ਉੱਪਰਲੇ ਬੰਦੇ, ਉਹਦੇ ਵਿੱਚ ਜਵਾਬ ਦਿੰਦਾ। ਮੇਰੀ ਬੇਨਤੀ ਹੈ ਵੀ ਜਿਹੜੇ ਉੱਪਰਲੇ ਬੰਦੇ ਨੇ ਨਾ ਜੀ, ਉਹ ਡਿਵੈਲਪਮੈਂਟ ਨੂੰ ਰੋਕਣ ਵਾਸਤੇ ਨਾ ਜੀ ਇਹ ਗੱਲਾਂ ਕਰ ਰਹੇ ਨੇ। ਵਰਨਾ ਜਿਹੜੇ 50 ਮੈਂਬਰ ਸੀ, ਐਮਐਲਏ ਸਾਹਿਬ ਦੇ 14 ਮੈਂਬਰ ਵੀ ਮੇਰੇ ਨਾਲ ਸੀ ਜਦੋਂ ਮੈਂ ਕੰਮ ਕਰਦਾ ਸੀ, ਐਦਾਂ ਹੱਥ ਖੜੇ ਕਰਦੇ ਸੀ। ਇੱਕ ਵਾਰੀ ਵੀ ਕੋਈ ਵਿਰੋਧ ਬਿਆਨ ਪੜ੍ਹਿਆ ਤੁਸੀਂ ਦੱਸੋ ਮੈਨੂੰ? ਦੂਸਰੀ ਗੱਲ, ਆ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਂ ਦੇ ਉੱਤੇ ਮੈਂ ਤੁਹਾਨੂੰ ਅੱਜ ਕਲੀਅਰ ਕਰ ਦਿੰਦਾ, ਇਹ ਝੂਠ ਬੋਲਦਾ ਹੈ, ਟੋਟਲੀ 100% ਝੂਠ ਬੋਲਦਾ ਹੈ। ਕੋਈ ਐਸੀ ਅਰਦਾਸ ਨਹੀਂ ਹੋਈ ਵੀ ਅਸੀਂ ਨਾਲ ਚੱਲਾਂਗੇ, ਕੋਈ ਕੁਛ ਨਹੀਂ ਅਰਦਾਸ ਹੋਈ ਵੀ ਅਸੀਂ ਚੱਲੇ ਹਾਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਸਾਨੂੰ ਮਤਲਬ ਕਾਮਯਾਬੀ ਬਖਸ਼ੇ। ਉਹਦੇ ਵਿੱਚ ਆਹ ਬੰਦਾ ਮੇਅਰ ਬਣੂਗਾ, ਆਹ ਬੰਦਾ ਸੀਨੀਅਰ ਡਿਪਟੀ ਮੇਅਰ ਬਣੂਗਾ, ਤੇ ਆਹ ਬੰਦਾ ਡਿਪਟੀ ਮੇਅਰ ਬਣੂਗਾ। ਇਹ ਗੱਲ ਹੋਈ ਆ ਸਿਰਫ ਆਮ। ਆਪਾਂ ਹਰ ਜਗ੍ਹਾ ਅਸੀਂ ਜਦੋਂ ਵੀ ਜਾਂਦੇ ਹਾਂ, ਸਾਡਾ ਧਰਮ ਇਹ ਸਾਨੂੰ ਕਹਿੰਦਾ ਵੀ ਅਸੀਂ ਅਰਦਾਸ ਤੋਂ ਬਿਨਾਂ ਨਹੀਂ ਜਾਣਾ। ਅਸੀਂ ਅਰਦਾਸ ਕਰਕੇ ਉੱਥੇ ਗਏ ਹਾਂ। ਕੋਈ ਐਸੀ ਗੱਲ, ਇਹ ਝੂਠ ਬੋਲਦਾ, ਔਰ ਮੈਂ ਇਹ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਝੂਠ ਬੋਲਦੇ ਨੇ। ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਸ ਗੱਲ ਦਾ ਸਭ ਕੁਝ ਮਿਲਣਾ ਯਕੀਨੀ ਆ, ਕਿਉਂਕਿ ਇਹ ਗੁਰੂ ਸਾਹਿਬ ਨੂੰ ਹਰ ਜਗ੍ਹਾ ਤੇ ਵਰਤਦੇ ਨੇ ਔਰ ਗਲਤ ਤਰੀਕੇ ਨਾਲ ਵਰਤਦੇ ਨੇ। ਸਭ ਤੋਂ ਵੱਡਾ ਇਹ ਸਵਾਲ ਹੈ ਤੁਸੀਂ ਮੁੱਖ ਰਾਈਵਲ ਕੰਪੀਟੀਟਰ ਕਿਹਨੂੰ ਮੰਨਦੇ ਹੋ? ਕਿਉਂਕਿ ਲਗਾਤਾਰ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ, ਸੁਖਬੀਰ ਬਾਦਲ ਵੀ ਇੱਥੇ ਆ ਰਿਹਾ, ਪ੍ਰਚਾਰ ਕਰ ਰਿਹਾ, ਕਾਂਗਰਸ ਵੀ ਤੁਹਾਡੀ ਵੱਡੀ ਸਰਪ੍ਰਸਤੀ ਬਣ ਸਕਦੀ ਹੈ। ਮੁੱਖ ਕੰਪੀਟੀਟਰ ਕਿਹਨੂੰ ਮੰਨਦੇ ਹੋ? ਕੀ ਲੱਗਦਾ ਕਿ ਸਮੱਸਿਆ ਤੋਂ? ਦੇਖੋ, ਮੈਂ ਇਹ ਸਮਝਦਾ ਵੀ ਇਹ ਦੋਨੋਂ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਨੇ। ਹੁਣ ਮੈਨੂੰ ਨਹੀਂ ਪਤਾ ਮੈਂ ਕਿਹਨੂੰ ਆਪਣਾ ਮੁੱਖ ਕੰਪੀਟੀਟਰ ਸਮਝਾਂ, ਇਸ ਕਰਕੇ ਤੁਸੀਂ ਉਹ ਸਮਝ ਲਓ ਵੀ ਕੌਣ ਨੇ, ਤੁਸੀਂ ਉਹ ਦੇਖ ਲਓ, ਆਪ ਇਹ ਅਸੈਸਮੈਂਟ ਕਰ ਲਿਓ, ਕਿਉਂਕਿ ਇਹ ਦੋਨੋਂ ਮਿਲ ਕੇ ਲੜ ਰਹੇ ਨੇ। ਮਤਲਬ ਦੋਨਾਂ ਦੇ ਕੈਂਡੀਡੇਟ ਵੀ ਮੇਰੀ ਗੱਲ ਸੁਣੋ,
ਜਗ੍ਹਾ ਵੀ ਵੰਡ ਲਈ। ਚੰਦੂ ਮਾਜਰਾ ਸਾਹਿਬ ਨੇ ਜਗ੍ਹਾ ਵੰਡ ਲਈ ਵੀ ਆਹ ਅਸੀਂ ਕੰਮ ਕਰਾਂਗੇ, ਇਹ ਪਰਮਿੰਦਰ ਸੋਹਾਣੇ ਵੱਲ ਇਹ ਘੁੰਮਣਗੇ, ਤੇ ਉਹਨਾਂ ਦੇ ਜਗ੍ਹਾ ਵੰਡ ਲਈ ਵੀ ਕਾਹਲੋਂ ਵੱਲ ਤੇ ਆਰਪੀ ਸ਼ਰਮੇ ਵੱਲ ਉਹ ਘੁੰਮਣਗੇ, ਤੇ ਇਹਨਾਂ ਨੇ ਜਗ੍ਹਾ ਵੀ ਵੰਡ ਲਈ, ਆਪਸ ਵਿੱਚ ਜਾ ਵੀ ਨਹੀਂ ਰਹੇ ਕਿਤੇ ਇਸ ਆਪਣੇ ਪ੍ਰਚਾਰ 'ਚ ਇਹ ਕਹਿੰਦੇ ਵੀ ਜਿਹੜਾ ਕੁਲਵੰਤ ਸਿੰਘ ਜੀ ਸਿੱਧੂ ਦੀ ਬੀ ਟੀਮ ਹੈ, ਉਹ ਸਿੱਧੂ ਕਹਿ ਦਿੰਦੇ ਨੇ ਵੀ ਕੁਲਵੰਤ ਸਿੰਘ ਜੀ ਸੁਖਬੀਰ ਬਾਦਲ ਦੀ ਬੀ ਟੀਮ ਹੈ। ਇਹਨਾਂ ਦੀ ਕੀ ਮਤਲਬ ਕੀ ਦਿੱਕਤ ਹੈ? ਦੇਖੋ ਤੁਸੀਂ ਇਹਨਾਂ ਨੂੰ ਪੁੱਛੋ, ਮੈਂ ਤਾਂ ਹੱਥ ਮੰਨਤੇ ਨਾ ਕਿ ਮੈਂ ਤੁਹਾਨੂੰ ਸੱਚੀ ਦੱਸਾਂ। ਕੱਲ ਸਿੱਧੂ ਸਾਹਿਬ ਨੂੰ ਅਸੀਂ ਸਵਾਲ ਪੁੱਛਿਆ ਸੀ, ਤੁਸੀਂ ਕਿਵੇਂ ਹਰਾਓਗੇ ਕੁਲਵੰਤ ਸਿੰਘ ਨੂੰ? ਉਹਨਾਂ ਨੇ ਇੱਕ ਚੀਜ਼ ਦਾ ਹਵਾਲਾ ਦਿੱਤਾ ਵੀ ਜਦੋਂ ਕਰੋਨਾ ਮਹਾਮਾਰੀ ਆਈ ਆ, ਗੱਲ ਵੀ ਸਹੀ ਆ, ਕਹਿੰਦੇ ਉਸ ਟਾਈਮ ਅਸੀਂ ਰਾਸ਼ਨ ਵੰਡਿਆ, ਲੋਕਾਂ ਨੂੰ ਲੰਗਰ ਛਕਾਏ ਨੇ, ਉਦੋਂ ਕੁਲਵੰਤ ਸਿੰਘ ਜੀ ਕਿੱਥੇ ਸੀਗੇ? ਮੇਰੀ ਗੱਲ ਸੁਣੋ, ਕੀ ਗੱਲ ਸਹੀ ਹੈ ਜੀ? ਆਪਣੇ ਘਰ ਦੇ ਅੱਗੇ ਤਾਂ ਐਡਾ ਵੱਡਾ ਬੋਰਡ ਲਾਤਾ ਸੀ ਬਈ ਅੰਦਰ ਨਾ ਕੋਈ ਵੜੇ। ਮੰਤਰੀ ਜੀ ਨੇ ਹੈਲਥ ਮਿਨਿਸਟਰ, ਮੈਂ ਤਾਂ ਹੈਰਾਨ ਹਾਂ ਇਸ ਗੱਲੋਂ ਬਈ ਹੈਲਥ ਮਿਨਿਸਟਰ ਹੋਵੇ ਸਟੇਟ ਦਾ, ਐਡੀ ਵੱਡੀ ਮਹਾਮਾਰੀ ਹੋਵੇ, ਤੇ ਆਪਣੇ ਘਰ ਦੇ ਅੱਗੇ ਬਕਾਇਦਾ ਤੁਸੀਂ ਛਾਪਿਆ ਸਾਰਿਆਂ ਨੇ ਲੈ ਕੇ ਵੀ ਮੰਤਰੀ ਨੇ ਲਾਇਆ ਹੋਇਆ ਬਈ ਇੱਥੇ ਕਰੋਨਾ ਕਰਕੇ ਮੈਂ ਮਿਲਣਾ ਨਹੀਂ ਕਿਸੇ ਨੂੰ, ਕੋਈ ਬੰਦਾ ਮਿਲਣ ਨਾ ਆਵੇ। ਵੈਂਟੀਲੇਟਰ ਆਪਾਂ ਦੇ ਠੀਕ ਨਹੀਂ। ਔਰ ਅਸੀਂ ਮਤਲਬ ਅਸੀਂ ਸਾਡੀ ਆਦਤ ਆ ਥੋੜੀ ਜੀ, ਪਤਾ ਨਹੀਂ ਇਹ ਕੀ ਹੈ ਵੀ ਅਸੀਂ ਬਾਹਲਾ ਜ਼ਿਆਦਾ ਦਿਖਾਵਾ ਨਹੀਂ ਕਰਦੇ। ਇਹ 4 ਪੈਕਟ ਵੰਡਦੇ ਨੇ, 400 ਖਬਰਾਂ ਲਾਉਂਦੇ ਨੇ, ਅਸੀਂ 4000 ਵੀ ਵੰਡ ਦਈਏ ਤਾਂ ਵੀ ਅਸੀਂ ਕਹਿੰਦੇ ਹਾਂ ਵੀ ਸਾਡਾ ਨਾਂ ਨਾ ਹੋਵੇ। ਠੀਕ ਹੈ। ਅਸੀਂ ਜੋ ਕਰੋਨਾ ਮਹਾਮਾਰੀ ਬਾਰੇ ਕੀਤਾ ਹੈ, ਮੈਂ ਇੱਥੇ ਮੈਨੂੰ ਜ਼ਿਕਰ ਮੈਂ ਨਹੀਂ ਕਰਨਾ ਚਾਹੁੰਦਾ ਹੈਗਾ, ਪਰ ਮੇਰੇ ਕੋਲ ਇਹ ਡਾਕੂਮੈਂਟਰੀ ਵੀ ਪ੍ਰੂਫ ਨੇ ਵੀ ਮੈਂ ਆਪਣੇ ਵੱਲੋਂ ਕੀ ਕੀਤਾ, ਮੈਂ ਰਸੀਦਾਂ ਕੱਟ ਕੇ ਸਾਰਾ ਕੁਝ ਰੱਖਿਆ ਹੋਇਆ ਜੋ ਮੈਂ ਕੀਤਾ। ਮੌਜੂਦਾ ਸੱਤਾਧਾਰੀ ਪਾਰਟੀ ਆਪਣੀ ਕਾਂਗਰਸ ਜੀ, ਸੋ ਕੀ ਲੈ ਕੇ ਚੱਲ ਰਹੇ ਹੋ ਕਿ ਕਿੰਨੀਆਂ ਸੀਟਾਂ ਲੈ ਲਓਗੇ? ਦੇਖੋ ਜੀ, ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਨਾ, ਸੱਚੀ ਗੱਲ ਤਾਂ ਇਹ ਆ ਵੀ ਸਾਨੂੰ ਤਾਂ ਸਾਰੀਆਂ ਸੀਟਾਂ ਮੈਂ ਜਿੱਥੇ ਜਾਂਦਾ ਨਾ ਜੀ, ਮੈਂ ਕਹਿੰਦਾ 200 ਬੰਦਾ ਬੈਠਾ ਹੁੰਦਾ, 250 ਬੰਦਾ ਬੈਠਾ। ਕੱਲ ਮੈਂ ਘੱਟੋ ਘੱਟ 8-10 ਜਗ੍ਹਾ ਤੇ ਗਿਆ, ਹਰ ਜਗ੍ਹਾ 150 ਤੇ 200 ਤੋਂ ਘੱਟ ਬੰਦਾ ਹੈ ਹੀ ਨਹੀਂ ਸੀ ਕਿਤੇ। ਅੱਛਾ ਮੇਰੇ ਸਾਹਿਬ, ਜੇ ਬਹੁਤ ਨਹੀਂ ਹੋਣਾ ਤਾਂ ਕਿਸੇ ਨਾਲ ਰਾਈਟ ਹੋ ਸਕਦਾ ਜਾਂ ਤੁਸੀਂ ਕਿਸੇ ਨਾਲ ਕਰ ਸਕਦੇ? ਬਹੁਤ ਸਪਸ਼ਟ ਹੈ। ਦੇਖੋ ਮੈਂ ਤਾਂ ਇਹ ਕਹਿੰਦਾ ਵੀ ਸਾਡੀ ਨਹੀਂ, ਸਾਡਾ ਤਾਂ ਨਹੀਂ ਆਪੋਜੀਸ਼ਨ ਬੈਠਣ ਦਾ ਮਤਲਬ ਹੀ ਨਹੀਂ, ਕਿਉਂਕਿ ਲੋਕਾਂ ਨੇ ਮਤ ਬਣਾ ਲਿਆ। ਸਾਡਾ ਗੱਲ ਹੀ ਨਹੀਂ ਕੋਈ ਹੈਗੀ ਹੋਰ ਨੂੰ, ਅਸੀਂ ਤਾਂ ਜੀ ਬਹੁਮਤ ਤੇ ਉੱਤੇ ਜਾਵਾਂਗੇ ਕਿਤੇ। ਮੈਨੂੰ ਤਾਂ ਲੱਗਦੀ ਹੈ ਵੀ ਸੀਟਾਂ ਨਹੀਂ ਆਉਣੀ ਇਹਨਾਂ ਨੂੰ ਕੋਈ। ਸਿਟੀ ਬੱਸ ਸਰਵਿਸ ਦੀ ਗੱਲ ਕਰਦੇ ਇਹਨਾਂ ਨੇ ਗੱਲ ਕੀਤੀ ਹੈ, ਸਿਟੀ ਬੱਸ ਸਰਵਿਸ ਚਲਾਵਾਂਗੇ ਤੇ ਕਾਫੀ ਦਿਨ ਤੋਂ ਤੁਸੀਂ ਕਹਿੰਦੇ ਦੇਖੋ ਸਿਟੀ ਬੱਸ ਸਰਵਿਸ ਨਾ ਜੀ ਹੈ ਬਹੁਤ ਜ਼ਰੂਰੀ, ਸਾਡੀ ਕੋਸ਼ਿਸ਼ ਵੀ ਪੂਰੀ ਹੈ। ਹੁਣ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਭੱਜ ਦੌੜ ਵੀ ਕਰ ਲਈ। ਜੇ ਸਾਡੇ ਕੋਲ ਸਾਨੂੰ ਇਹਨਾਂ ਪਰਮਾਤਮਾ ਦੀ ਬਖਸ਼ਿਸ਼ ਹੋਈ ਔਰ ਲੋਕਾਂ ਨੇ ਸਾਨੂੰ ਫਤਵਾ ਦਿੱਤਾ, ਅਸੀਂ ਬਿਲਕੁਲ ਚਲਾ ਕੇ ਦੱਸਾਂਗੇ। ਇਹਦੇ ਲਈ ਭਾਵੇਂ ਸਾਨੂੰ ਕੋਰਟ ਕਚਹਿਰੀਆਂ 'ਚ ਵੀ ਲੜਾਈ ਲੜਨੀ ਪਵੇ, ਕਿਉਂਕਿ ਮੈਨੂੰ ਪਤਾ ਵੀ ਅਲਟੀਮੇਟਲੀ ਸਾਨੂੰ ਸਾਰੇ ਕੰਮਾਂ ਨੂੰ ਲੈ ਕੇ ਕੋਰਟ ਕਚਹਿਰੀ ਜਾਣਾ ਪੈਂਦਾ। ਇਹ ਸਾਡਾ ਅਧਿਕਾਰ ਹੈ। ਅਸੀਂ ਕਾਰਪੋਰੇਸ਼ਨ ਸਾਨੂੰ ਐਕਟ ਜਿਹੜਾ ਹੱਕ ਦਿੰਦਾ ਵੀ ਅਸੀਂ ਆਪਣੀ ਟਰਾਂਸਪੋਰਟ ਚਲਾ ਸਕਦੇ ਹਾਂ, ਸਰਕਾਰ ਰੋਕ ਨਹੀਂ ਸਕਦੀ। ਹੁਣ ਤਾਂ ਕਹਿੰਦੇ ਰੋਕ ਕੇ ਰੱਖੀ, ਅਸੀਂ ਵੀ ਐਫਰਟ ਕੀਤੀਆਂ ਨੇ। ਜੇ ਹੁਣ ਵੀ ਜ਼ਿਆਦਾ ਦੇਰ ਰੋਕ ਕੇ ਰੱਖੀ ਤਾਂ ਅਸੀਂ ਇਹਨੂੰ ਕੋਰਟ ਦੇ ਵਿੱਚ ਪਾ ਕੇ ਪਾਸ ਕਰਾ ਕੇ ਲੈ ਕੇ ਆਵਾਂਗੇ, ਭਾਵੇਂ ਜੋ ਮਰਜ਼ੀ। ਚਲੇ ਜਾਣਾ ਚਾਹੀਦਾ ਕਿਉਂਕਿ ਇਹ ਅੱਜ ਦਾ ਮਸਲਾ ਨਹੀਂ, ਕਾਫੀ ਸਾਲ ਹੋ ਗਏ ਇਸ ਮਸਲੇ ਨੂੰ। ਹਾਂਜੀ। ਸਿਟੀ ਬੱਸ ਹੁਣ ਤੱਕ ਚਲੇ ਜਾਣਾ ਚਾਹੀਦਾ ਸੀ। ਨਹੀਂ, ਉਹ ਅਸਲ 'ਚ ਗੱਲ ਇਹ ਵੀ ਸਰਕਾਰ ਨੇ ਲਿਖਤੀ ਭੇਜਤਾ ਸੀ, ਸਾਤੋਂ ਰੂਟ ਮੰਗਾ ਲਏ ਸੀ, ਅਸੀਂ ਰੂਟ ਭੇਜਤੇ ਸੀ। ਉਹਨਾਂ ਨੇ ਕਿਹਾ ਸੀ ਵੀ ਅਸੀਂ ਖੁਦ ਚਲਾਵਾਂਗੇ, ਕਾਰਪੋਰੇਸ਼ਨ ਨਹੀਂ ਚਲਾਊਗੀ। ਲੇਕਿਨ ਨਾ ਸਾਨੂੰ ਚਲਾਉਣ ਦਿੱਤੇ ਤੇ ਨਾ ਖੁਦ चलाया। मेयर साहब, वो बलबीर सिद्धू जी कल कंपेयरिंग में सबको कह रहे हैं कि जो मेयर साहब के अपने वो हैं वार्ड हैं, जो भी हैं फेस हैं, जो उनके अपार्टमेंट्स वहाँ पे हैं सारे, वो हम अपने कॉर्पोरेशन में लेकर आएंगे सबसे पहले। हाँ तो दे देना, सानू तो फायदा है। ਅਸੀਂ ਤਾਂ ਕਦੇ ਕਹਿੰਦੇ ਨਹੀਂ ਹੈਗੇ ਛੱਡੇ ਵੀ ਇਹਨਾਂ ਨੇ ਸੀ ਤੇ ਲੈਣੇ भी ਇਹਨਾਂ नहीं है। वो कहता है खुद के वो गमाडा खुद ही तहसीलदार हैं उस एरियो के, हम लोगों की तो कोई सुनता ही नहीं है। वो खुद ही गमाडा, खुद ही तहसीलदार है, वही खुद ही सारा कुछ है। वो बार-बार यही कंपेनियन में से है जा रहे हैं। ਅਸਲ 'ਚ ਮੈਨੂੰ ਮੈਂ ਤਾਂ ਇਹ ਗੱਲ ਦੱਸਾਂ, ਮੈਨੂੰ ਨਾ ਅਸਲ ਤੇਰੇ ਸਵਾਲ ਦਾ ਹੀ ਨਹੀਂ ਪਤਾ ਵੀ ਕੀ ਹੈ। ਜਵਾਬ ਤਾਂ ਮੈਂ ਤਾਂ ਦਵਾਂਗਾ। ਹਾਂਜੀ ਮੇਅਰ ਸਾਹਿਬ, ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਫੰਡ ਇਕੱਠਾ ਹੁੰਦਾ ਹੈ ਕਾਰਪੋਰੇਸ਼ਨ 'ਚ ਹੋਣਾ ਚਾਹੀਦਾ ਸੀ 2000 ਕਰੋੜ ਰੁਪਈਆ। ਕੁਲਵੰਤ ਸਿੰਘ ਹੜੱਪ ਕਰ ਰਿਹਾ, ਉਹਨਾਂ ਦਾ ਕਹਿਣ ਦਾ ਇਹ ਸੀ। ਯਾਰ ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਹੜੱਪ ਉਹ ਕਰ ਰਹੇ ਨੇ, ਜ਼ਮੀਨਾਂ ਉਹ ਦੱਬ ਰਹੇ ਨੇ, ਕੋਰਟ ਦੇ ਫੈਸਲੇ ਉਹਨਾਂ ਦੇ ਵਿਰੁੱਧ ਆ ਰਹੇ ਨੇ। ਉਹ ਵੀ ਇੱਕ ਅੱਧੇ ਦਿਨ 'ਚ ਪ੍ਰੈਸ ਕਾਨਫਰੰਸ ਹੋਣੀ ਹੈ ਕੋਰਟ ਦੇ ਫੈਸਲਿਆਂ ਦੀ ਵੀ। ਔਰ ਤੁਹਾਨੂੰ ਤੁਸੀਂ ਖਬਰਾਂ ਲਾਈਆਂ ਨੇ ਵੀ ਪਿਛਲੇ ਹਫ਼ਤਾ ਪਹਿਲਾਂ ਕੋਰਟ ਨੇ ਫੈਸਲਾ ਦਿੱਤਾ ਵੀ ਇਹਨਾਂ ਨੇ ਕਿਆ ਕਹਿੰਦੇ ਆ ਉੱਥੇ ਡੈਡੀ ਦੀ ਸ਼ਾਮਲਾਤ ਦੱਬੀ ਹੋਈ ਆ, ਤੇ ਮੈਨੂੰ ਕਹੀ ਜਾਂਦੇ ਆ ਫਰੋਡ ਕੀਤਾ। ਮੈਨੂੰ ਦੱਸਣਾ ਸਹੀ ਮੈਂ ਕਿਹੜਾ ਕੀਤਾ। कहते हैं एक जगह को कई बार ट्रांसफर कर दिया, बस यही आरोप लगाते जा रहे हैं साहब। ਉਹਨੂੰ ਆਪ ਹੀ ਨਹੀਂ ਪਤਾ ਕੀ ਕਹਿਣਾ ਉਹਨਾਂ ਨੇ। ਪਤਾ ਹੀ ਨਹੀਂ ਉਹਨੂੰ ਆਪੇ ਨਹੀਂ ਪਤਾ ਵੀ ਕੀ ਕਹਿਣਾ, ਮੰਤਰੀ ਨੂੰ ਪਤਾ ਹੀ ਨਹੀਂ ਵੀ ਕੀ ਕਹਿਣਾ। ਕਿ ਟੇਢੀ ਮੇਢੀ ਵਾਰਡਬੰਦੀ ਕੀਤੀ ਹੈ ਜੀ ਸ਼ਹਿਰ ਦੀ ਜੀ, ਬਹੁਤ ਆ ਜੀ, ਪੁੱਛੋ ਹੀ ਨਾ ਕੋ ਤੁਸੀਂ। ਉਹਦਾ ਕੀ ਨੁਕਸਾਨ ਹੈ ਸ਼ਹਿਰ? ਮੈਂ ਤੁਹਾਨੂੰ ਦੱਸਦੀ ਗੱਲ ਵੀ ਇਹ ਸ਼ਹਿਰ ਨੂੰ ਤਾਂ ਜੋ ਨੁਕਸਾਨ ਹੋਣਾ ਹੈ, ਪਰ ਮੈਂ ਤੁਹਾਨੂੰ ਇਹ ਦਾਅਵਾ ਕਰਦਾ ਵੀ ਜੋ ਬਲਬੀਰ ਸਿੱਧੂ ਨੂੰ ਨੁਕਸਾਨ ਹੋਣਾ ਇਹਨੇ ਸੋਚਿਆ ਵੀ ਨਹੀਂ ਹੋਣਾ। ਇਹਨੇ ਜਿੱਦਾਂ ਚੀਰ ਫਾੜ ਕੀਤੀ ਆ, ਇਹਨਾਂ ਨੇ ਸਿਰਫ ਔਰ ਸਿਰਫ ਸਾਨੂੰ ਹਰਾਉਣ ਵਾਸਤੇ ਸਾਰਾ ਕੁਝ ਕੀਤਾ ਇਹ। ਔਰ ਹੁਣ ਤੱਕ ਇਹ ਜਿਹੜੀਆਂ ਵੋਟਰ ਲਿਸਟਾਂ ਦੇ ਉੱਤੇ ਚੇਂਜ ਕਰਾ ਰਹੇ ਹੈ, ਲੇਕਿਨ ਸ਼ਹਿਰ ਦੇ ਲੋਕ ਇਹਨੂੰ ਸਭ ਕੁਝ ਸਿਖਾਉਣਗੇ। ਜਿਹੜੇ 3-3 4-4 ਕਿਲੋਮੀਟਰ ਲੰਬੇ ਇਹਨਾਂ ਨੇ ਵਾਰਡ ਬਣਾਏ ਨੇ,
ਇਹਨਾਂ ਨੇ ਮੋਹਾਲੀ ਨੂੰ ਤੋੜ ਮਰੋੜ ਕੀਤੀ ਆ, ਉਹਦਾ ਇਹਨੂੰ ਖਾਮਿਆਜਾ ਭੁਗਤਣਾ ਪਊ। ਸਰ ਮੋਹਾਲੀ ਸ਼ਹਿਰ ਦੇ ਵਿੱਚ ਰੇਹੜੀਆਂ ਦੀ ਬਹੁਤ ਜ਼ਿਆਦਾ ਭਰਮਾਰ ਹੋ ਚੁੱਕੀ, ਕੀ ਇਹਦੇ ਪਿੱਛੇ ਕੋਈ ਮਾਫੀਆ ਕੰਮ ਕਰ ਰਿਹਾ? ਤੁਸੀਂ ਦੇਖ ਲਓ 8-10 ਮਹੀਨੇ ਬਾਅਦ ਇਹ ਪਹਿਲਾਂ ਹੀ ਹੋਈ ਆ, ਉਦੋਂ ਪਹਿਲਾਂ ਕੋਈ ਨਹੀਂ ਸੀ। ਹਾਂ ਇੱਕਾ ਦੁੱਕਾ ਰੇਹੜੀਆਂ ਖੜਦੀਆਂ ਸੀ, ਮੈਂ ਮੁੱਕਰਦਾ ਨਹੀਂ ਹਾਂ, ਹਰ ਮਾਰਕੀਟ ਵਿੱਚ 5-7 ਰੇਹੜੀਆਂ 10 ਸੀ, ਪਰ ਹੁਣ ਤਾਂ ਸੈਂਕੜੇ ਰੇਹੜੀਆਂ ਖੜਦੀਆਂ ਨੇ, ਕਿਉਂਕਿ ਮਾਫੀਆ ਬਣ ਗਿਆ, ਵਸੂਲੀ ਹੁੰਦੀ ਹੈ, ਸਾਰਾ ਕੁਝ ਹੁੰਦਾ ਹੈ। ਔਰ ਇਹ ਸਰਕਾਰ, ਇਹ ਜਿਹੜੇ ਬੰਦੇ ਇੱਥੇ ਸਰਕਾਰ ਦੇ ਵਿੱਚ ਬੈਠੇ ਨੇ, ਉਹਨਾਂ ਤੋਂ ਬਿਨਾਂ ਹੋ ਸਕਦਾ? ਪੋਸੀਬਲ ਹੀ ਨਹੀਂ ਹੈ। ਨਹੀਂ ਮੈਂ ਤਾਂ ਇਹ ਕਹਿੰਦਾ ਵੀ ਬਿਲਕੁਲ ਇਹ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ। ਸਰ ਨਗਰ ਨਿਗਮ ਦੀ ਹਦੂਦ ਵਧਾਉਣ ਬਾਰੇ ਥੋੜੀ ਟਰਮ ਆਉਂਦੀ ਹੈ ਜੇ ਕੋਈ ਹੈਗਾ ਪਲਾਨ? ਦੇਖੋ ਮੇਰੀ ਬੇਨਤੀ ਆ ਬਈ ਮੋਹਾਲੀ ਸ਼ਹਿਰ ਜਿਹੜਾ ਨਾ ਜੀ, ਇਹ ਅਰਬਨ ਸਟੇਟ ਬਣੀ ਹੋਈ ਆ, ਇਹਦੀ ਜਿਹੜੀ ਹਦੂਦ ਆ ਨਾ ਜੀ, ਅਸੀਂ ਜੇ ਲਿਖ ਵੀ ਦਈਏ ਤਾਂ ਵੀ ਨਹੀਂ ਵਧਣੀ ਜਦੋਂ ਤੱਕ ਗਮਾਡਾ ਕਲੀਅਰ ਨਹੀਂ ਕਰਦਾ। ਇੱਥੇ ਉਹੀ ਏਰੀਆ ਪੈ ਸਕਦਾ ਜਿਹੜਾ ਗਮਾਡਾ ਨੇ ਐਕਵਾਇਰ ਕਰ ਲਿਆ ਤੇ ਡਿਵੈਲਪ ਕਰਤਾ, ਜਾਂ ਜਿਹੜੀ ਬਾਕੀ ਅਦਰਵਾਈਜ਼ ਡਿਵੈਲਪਮੈਂਟ ਹੋਗੀ ਉਹੀ ਪੈ ਸਕਦਾ, ਅਦਰਵਾਈਜ਼ ਨਹੀਂ ਪੈ ਸਕਦਾ। ਸਰ ਆਪ ਇੱਕ ਸਵਾਲ ਇਹ ਵੀ ਹੈ ਕਿ ਨੀਡ ਬੇਸਡ ਪਾਲਿਸੀ ਇੱਕ ਬਹੁਤ ਵੱਡਾ ਮੁੱਦਾ ਹੈ, ਚਾਹੇ ਗਮਾਡਾ ਨਾਲ ਰਿਲੇਟਡ ਹੈ, ਬਟ ਹਰ ਵਾਰ ਹਰ ਪਾਰਟੀ ਇਹ ਆਪਣੇ ਚੋਣ ਮੈਨੀਫੈਸਟੋ 'ਚ ਕਹਿੰਦੀ ਰਹੀ ਹੈ ਕਿ ਅਸੀਂ ਨੀਡ ਬੇਸਡ ਪਾਲਿਸੀ ਲਾਗੂ ਕਰਾਵਾਂਗੇ। ਤੁਸੀਂ 2011 ਜੇ ਪਾਲਿਸੀ ਲੈ ਕੇ ਆਉਂਦੀ ਸੀ, ਹਾਂਜੀ ਹੁਣ ਉਹਦਾ ਕੀ ਸਟੇਟਸ ਹੈ ਸਰ? ਨਹੀਂ 2011 ਜਿਹੜੀ ਪਾਲਿਸੀ ਲੈ ਕੇ ਆਂਦੀ, ਲੋਕਾਂ ਨੇ ਉਹ ਮੌਕੇ 'ਚ ਫਾਇਦਾ ਨਹੀਂ ਉਠਾਇਆ। ਲੋਕ ਆਪਣੇ ਹਿਸਾਬ ਦੇ ਨਾਲ ਚਾਹੁੰਦੇ ਨੇ ਵੀ ਜੋ ਹੋਣਾ ਚਾਹੀਦਾ ਜੋ ਸਾਡੇ ਹਿਸਾਬ ਨਾਲ ਹੋਵੇ ਕਿਤੇ ਨਾ ਕਿਤੇ, ਤੇ ਅਫਸਰ ਆਪਣੇ ਹਿਸਾਬ ਦੇ ਨਾਲ ਤਿਆਰ ਕਰਕੇ ਦਿੰਦੇ ਨੇ। ਕੁਝ ਗੈਪ ਰਹਿ ਗਿਆ ਸੀ ਤੇ ਅਸੀਂ ਇੱਕ ਵਾਰੀ ਫੇਰ ਕੋਸ਼ਿਸ਼ ਕਰਾਂਗੇ ਵੀ ਉੱਦਾਂ ਦੀ ਪਾਲਿਸੀ ਲਿਆ ਕੇ ਲੋਕਾਂ ਦੇ ਮੁਤਾਬਕ ਹੋਰ ਉਹਦੇ ਥੋੜ੍ਹੇ ਬਹੁਤੇ ਜਿਹੜੇ ਉਹਦੇ ਵਿੱਚ ਮੱਦਾਂ ਨੇ ਜਿਹੜੀਆਂ ਉਹ ਚੇਂਜ ਹੋਣ ਵਾਲੀਆਂ ਕਰਵਾ ਕੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਇੱਕ ਵਾਰੀ ਇਹਨੂੰ ਠੀਕ ਕਰਨ। ਸਰ ਪ੍ਰਾਪਰਟੀ ਟੈਕਸ ਨਾਲ ਰਿਲੇਟਡ ਇੱਕ ਸਵਾਲ ਹੈ, ਆ ਤੁਹਾਡੇ ਨਾਲ ਬੈਠੇ ਨੇ ਫੂਲਰਾਜ ਸਿੰਘ ਹੋਣੀ, ਇਹਨਾਂ ਨੇ ਇੱਕ ਮਤਾ ਪਾਇਆ ਸੀ ਮੀਟਿੰਗ ਦੇ ਵਿੱਚ ਕਿ ਪ੍ਰਾਪਰਟੀ ਟੈਕਸ ਜਿਹੜਾ ਹੈ ਰੱਦ ਕੀਤਾ ਜਾਵੇ। ਮੰਤਰੀ ਜੀ ਨੇ 2014 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਵੀ ਅਸੀਂ ਇਹਨੂੰ 2017 ਦੀ ਵੀ ਅਸੀਂ ਇਹਨੂੰ ਰੱਦ ਕਰਾਂਗੇ। ਤੁਹਾਡਾ ਇਹਦੇ ਉੱਪਰ ਕੀ ਸਟੈਂਡ ਹੈ? ਮੈਂ ਤਾਂ ਇਹ ਕਹਿਣਾ ਜੀ, ਸਾਡਾ ਤਾਂ ਦੇਖੋ ਸਟੈਂਡ ਹੈ ਵੀ ਅਸੀਂ ਤਾਂ ਮਤਾ ਹੀ ਪਾ ਸਕਦੇ ਹਾਂ। ਮਤਾ ਅਸੀਂ ਪਾਤਾ, ਐਫਰਟ ਵੀ ਕੀਤੀਆਂ, ਚਿੱਠੀਆਂ ਵੀ ਲਿਖੀਆਂ। ਮੈਂ ਹਰ ਮੀਟਿੰਗ 'ਚ ਪੁੱਛਦਾ ਕਹਿਣਾ ਹੈ ਵੀ ਮਾਨਯੋਗ ਮੰਤਰੀ ਜੀ ਨੂੰ ਪੁੱਛੋ ਤਾਂ ਸਹੀ ਬਈ ਇੱਕ ਵਾਰੀ ਵੀ ਕੋਈ ਐਫਰਟ ਵੀ ਕੀਤੀ ਹੋਵੇ ਜਿਹੜੇ ਮਤੇ ਨੂੰ ਲੈ ਕੇ, ਜਿਹੜੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਵੋਟਾਂ ਲਈਆਂ। ਪ੍ਰਾਪਰਟੀ ਟੈਕਸ ਦਾ ਇੱਕ ਮੁੱਦਾ ਮੇਨ ਸੀ ਇਹਨਾਂ ਦਾ, ਸਭ ਤੋਂ ਪਹਿਲਾਂ ਕਹਿੰਦਾ ਸੀ ਵੀ ਜਿੱਦਣ ਆ ਕੇ ਮੈਂ ਪ੍ਰਾਪਰਟੀ ਟੈਕਸ ਮਾਫ ਕਰਾਊਂਗਾ। ਮੈਂ ਕਹਿੰਦਾ ਵੀ ਇਹ ਗੱਲ ਠੀਕ ਹੈ ਵੀ ਹੋ ਸਕਦਾ ਇਨਕਮ ਦਾ ਉਹ ਠੀਕ ਕਹਿੰਦੇ ਹੋਣਗੇ, ਲੇਕਿਨ ਲੋਕਾਂ ਨੂੰ ਲਾਰਾ ਕਿਉਂ ਲਾਇਆ? ਲੋਕਾਂ ਨੂੰ ਇਹ ਕਿਉਂ ਕਿਹਾ ਬਈ ਮੈਂ ਮਾਫ ਕਰਾਊਂਗਾ? ਗੱਲ ਤਾਂ ਇਹ ਹੈ, ਗੱਲ ਇਹ ਨਹੀਂ ਹੈ ਵੀ ਉਹ ਪ੍ਰਾਪਰਟੀ ਟੈਕਸ ਠੀਕ ਲੱਗਿਆ ਹੈ ਕਿ ਗਲਤ ਲੱਗਿਆ। ਇਹ ਬਹਿਸ ਦਾ ਮੁੱਦਾ ਨਹੀਂ, ਬਹਿਸ ਦਾ ਮੁੱਦਾ ਇਹ ਹੈ ਵੀ ਮਤਲਬ ਉਹਨਾਂ ਨੇ ਵਾਅਦਾ ਕਰਕੇ ਵੋਟਾਂ ਕਿਉਂ ਲਈਆਂ ਲੋਕਾਂ ਨੂੰ। ਸਰ ਜੇ ਤੁਸੀਂ ਆਨੇ ਹੋ ਤਾਂ ਕੀ ਜਿਹੜਾ ਪੈਂਡੈਮਿਕ ਦਾ ਪੀਰੀਅਡ ਰਿਹਾ ਹੈ, ਇਹ ਜਿਹੜਾ ਸਾਲ 1.5 ਸਾਲ ਦਾ ਵਕਫਾ, ਕੀ ਇਹਦਾ ਪ੍ਰਾਪਰਟੀ ਟੈਕਸ ਤੁਸੀਂ ਮਹੱਲੇ ਵਾਸੀਆਂ ਦਾ ਮਾਫ ਕਰੋਗੇ? ਦੇਖੋ ਅਸਲ ਦੇ ਵਿੱਚ ਗੱਲ ਹੈ ਜਿਹੜਾ ਟੈਕਸ ਦਾ ਮਤਲਬ ਹੈ ਨਾ, ਇਸ ਟੈਕਸ ਦਾ ਮਾਮਲਾ ਇਹ ਸਰਕਾਰ ਦੇ ਪ੍ਰੀਵਿਊ ਦੇ ਵਿੱਚ ਹੈ, ਕੌਂਸਲ ਦੇ ਪ੍ਰੀਵਿਊ 'ਚ ਨਹੀਂ ਹੈਗਾ। ਸਰਕਾਰ ਟੈਕਸ ਲਾਉਂਦੀ ਆ, ਸਾਰੇ ਪੰਜਾਬ ਨੂੰ ਇੱਕੋ ਟਾਈਮ ਲੱਗਦਾ ਹੈ, ਤੇ ਜੇ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਵੀ ਕੁਛ ਨਾ ਕੁਛ ਰਿਲੀਫ ਆ ਲੋਕਾਂ ਨੂੰ ਦਿੱਤਾ ਜਾਵੇ, ਤੇ ਜੇ ਇਹ ਸਟੇਟ ਸਰਕਾਰ ਫੈਸਲਾ ਲਊਗੀ ਤਾਂ ਅਸੀਂ ਤਾਂ ਮਤਲਬ ਇੱਕ ਪਹਿਲੀ ਵਾਰੀ ਉਸੇ ਵਕਤ ਮਤਾ ਪਾਸ ਕਰਦੇ ਹਾਂ।